सत श्री अकाल जी। ਤੁਹਾਡਾ ਸਵਾਗਤ है जी चैनल जुगलू एजुकेशन ਵਿੱਚ। ਜਿਹੜੀ ਆਪਾਂ ਆਇਲਸ ਵਾਲੀ ਲੜੀ ਚਲਾਈ ਹੋਈ ਹੈ, ਅੱਜ ਉਹਦਾ 22ਵਾਂ ਦਿਨ ਹੈ ਤੇ ਆਪਾਂ ਅੱਜ ਰੀਡਿੰਗ ਦਾ ਇੱਕ ਬੜਾ ਹੀ ਇੰਪੋਰਟੈਂਟ ਟੌਪਿਕ ਕਰਾਂਗੇ। ਉਹ ਹੈ ਹੈਡਿੰਗਸ। ਸਾਨੂੰ ਪੈਰਾਗ੍ਰਾਫਸ ਦਿੱਤੇ ਹੁੰਦੇ ਨੇ ਤੇ ਇੱਕ ਪਾਸੇ ਹੈਡਿੰਗਸ ਦੀ ਲਿਸਟ ਦਿੱਤੀ ਹੁੰਦੀ ਆ ਤੇ ਆਪਾਂ ਇਹ ਦੱਸਣਾ ਹੁੰਦਾ ਵੀ ਕਿਸ ਪੈਰਾਗ੍ਰਾਫ ਦਾ ਕਿਹੜਾ ਹੈਡਿੰਗ ਆਊਗਾ। ਤੇ ਹੈਡਿੰਗਸ वाले प्रश्न सानू चाहे एकेडैमिक्स वालियां दी रीडिंग होवे चाहे जनरल वालियां दी होवे, दोनों दे विच ही देखण नूं मिल जांदे आ। इस करके आपां इहदी अज प्रैक्टिस करांगे ते समझांगे भी ये है की। सब तो पहलां तां देखो प्रश्न पढ़ो, तहां लिखिया होया ना क्वेश्चन 27 to 32। द टैक्सट हैज़ 7 पैराग्राफ्स A तो G तक। ਕਹਿੰਦੇ ਥੱਲੇ ਇੱਕ ਪੈਸੇਜ ਦਿੱਤਾ ਵੱਡਾ, ਉਹਦੇ 'ਚ 7 ਪੈਰਾਗ੍ਰਾਫਸ ਨੇ A ਤੋਂ G ਤੱਕ। ਚੂਜ਼ ਦਾ ਕਰੈਕਟ ਹੈਡਿੰਗ ਫॉर ਪੈਰਾਗ੍ਰਾਫਸ A, B ਐਂਡ D to G ਫਰੋਮ ਦ ਲਿਸਟ ਆਫ ਹੈਡਿੰਗਸ ਬਿਲੋ। ਕਹਿੰਦੇ ਤੁਸੀਂ ਇੱਕ ਸਹੀ ਹੈਡਿੰਗ ਚੂਜ਼ ਕਰਨਾ ਪੈਰਾਗ੍ਰਾਫਸ ਲਈ A, B, D ਤੋਂ G ਤੱਕ। ਇਹ ਜਿਹੜੇ ਪੈਰਾਗ੍ਰਾਫਸ ਨੇ ਸਾਰੇ ਦੇਖੋ A ਤੇ B 2, D, E, F, G 4 ਉਹ ਹੋ ਗਏ 6 ਨੇ। ਠੀਕ ਹੈ ਜੀ, ਤੁਸੀਂ ਇਹ 6 ਪੈਰਾਗ੍ਰਾਫਸ ਦੇ ਵੀ ਕੀ ਹੈਡਿੰਗ ਹੋ ਸਕਦੇ ਨੇ ਉਹ ਤੁਸੀਂ ਲੱਭਣੇ ਨੇ। ਰਾਈਟ ਦਾ ਕਰੈਕਟ ਨੰਬਰ 1 to 9 ਇਨ ਬਾਕਸਿਸ 27 to 32 ਔਨ ਯੂਅਰ ਆਨਸਰ ਸ਼ੀਟ। ਹੁਣ ਦੇਖੋ ਇੰਸਟਰਕਸ਼ਨ 'ਚ ਕਲੀਅਰਲੀ ਲਿਖਤਾ 1 ਤੋਂ 9 ਤੱਕ ਆਪਾਂ ਲਿਖਣਾ ਹੈ ਨਾ, ਨੰਬਰ ਦੇਤਾ ਆਪਾਂ ਇਹੀ ਨੰਬਰ ਲਿਖਣਾ ਉੱਥੇ ਆਪਣੇ ਆਨਸਰ 'ਚ, ਹੋਰ ਕੋਈ ਏਕਾ ਦੂਆ ਨਹੀਂ ਲਿਖਣਾ ਜਾਂ ONE1 ਇਹ ਨਹੀਂ ਲਿਖਣਾ, ਆਪਾਂ ਇਹੀ ਨੰਬਰਸ ਲਿਖਾਂਗੇ। ਇਹ ਆਪਣਾ ਪ੍ਰਸ਼ਨ ਆਪਾਂ ਨੂੰ ਉੱਤੇ ਪ੍ਰਸ਼ਨ ਦਿੱਤਾ ਹੋਊ, ਪਹਿਲਾਂ ਆਪਾਂ ਪ੍ਰਸ਼ਨ ਸਮਝ ਲਿਆ। ਠੀਕ ਹੈ ਜੀ, ਹੁਣ ਅੱਗੇ ਦੇਖੋ ਲਿਸਟ ਆਫ ਹੈਡਿੰਗਸ। ਆਪਾਂ ਨੂੰ 9 ਹੈਡਿੰਗਸ ਦਿੱਤੇ ਨੇ, ਇੱਕ ਲਿਸਟ ਦੇਤੀ ਤੇ ਉਹ ਕਹਿੰਦੇ ਵੀ ਤੁਸੀਂ ਪੈਰਾਗ੍ਰਾਫਸ ਪੜ੍ਹਨੇ ਨੇ। ਇੱਕ ਪੈਰਾ ਆਪਾਂ ਮੰਨ ਲਓ ਪੜ੍ਹ ਲਿਆ ਤੇ ਆਪਾਂ ਦੇਖਣਾ ਵੀ ਇਹ ਪੈਰੇ ਦਾ ਅਸੀਂ ਕੀ ਹੈਡਿੰਗ ਬਣਾ ਸਕਦੇ ਹਾਂ, ਇਹਦਾ ਅਸੀਂ ਇਹਨੂੰ ਕੀ ਟਾਈਟਲ ਦੇ ਸਕਦੇ ਹਾਂ, ਵੀ ਇਹਦੇ 'ਚ ਜਿਹੜਾ ਥੀਮ ਆ ਮੇਨ ਗੱਲ ਕਹੀਏ ਉਹ ਕੀ ਆ। ਆਪਾਂ ਇਹਨੂੰ ਜੇ ਹੈਡਿੰਗ ਦੇਣਾ ਹੋਵੇ ਇੱਕ ਤਾਂ ਉਹ ਕੀ ਦੇਵਾਂਗੇ। ਆਪਾਂ ਇਹਨਾਂ 9 'ਚੋਂ ਦੇਖਣਾ ਵੀ ਸਭ ਤੋਂ ਇੱਕ ਢੁਕਵਾਂ ਕਿਹੜਾ ਤੇ ਆਪਾਂ ਉਹ ਪੈਰਾਗ੍ਰਾਫ ਤੇ ਉਹ ਨੰਬਰ ਲਿਖ ਦਾਂਗੇ ਵੀ ਹਾਂ ਜੀ ਇਹ ਪੈਰਾਗ੍ਰਾਫ ਦਾ ਹੈਡਿੰਗ ਆ ਬਣੂ। ਹੁਣ ਇੱਕ ਅਗਲੀ ਗੱਲ ਹੋਰ ਦੇਖੋ, ਸਾਨੂੰ ਉਲਝਾਉਣ ਵਾਸਤੇ ਉਹਨਾਂ ਨੇ ਕੀ ਕਰਤਾ, ਪੈਰਾਗ੍ਰਾਫਸ ਤਾਂ ਆਪਣੇ ਕੋਲੇ 6 ਨੇ ਹੈ ਨਾ, ਤੇ ਉਹਨਾਂ ਨੇ ਹੈਡਿੰਗਸ ਦੇ ਤੇ 9। ਜਦੋਂ ਜ਼ਿਆਦਾ ਹੈਡਿੰਗਸ ਹੋਣਗੇ ਤਾਂ ਆਪਾਂ ਜ਼ਿਆਦਾ ਉਲਝ ਜਾਵਾਂਗੇ, ਪਰ ਇਹ ਕੋਈ ਤੁਸੀਂ ਟੈਨਸ਼ਨ ਨਹੀਂ ਲੈਣੀ ਵੀ 6 ਪੈਰਾਗ੍ਰਾਫਸ ਦੀ 9 ਹੈਡਿੰਗ ਦੇ ਤੇ ਫਿਰ ਕੀ ਹੋ ਗਿਆ, ਆਪਾਂ ਆਪਦਾ ਜਿਹੜਾ ਸਹੀ ਹੈਡਿੰਗ ਆ ਉਹ ਲੱਭਾਂਗੇ। ਤੇ ਹੁਣ ਅੱਗੇ ਦੇਖੋ ਪ੍ਰਸ਼ਨ ਪੁੱਛੇ ਹੋਏ ਨੇ 27 ਤੋਂ 32 ਤੱਕ। 27ਵਾਂ ਪ੍ਰਸ਼ਨ ਆ ਉਹ ਪੈਰਾਗ੍ਰਾਫ A ਲਿਖਿਆ ਹੋਇਆ। ਤੁਸੀਂ ਪੈਰਾਗ੍ਰਾਫ A ਨੂੰ ਕੀ ਹੈਡਿੰਗ ਦਿਓਗੇ, ਇਹਦਾ ਉੱਤਰ ਲੱਭ ਕੇ ਤੁਸੀਂ ਆਪਣੀ ਆਨਸਰ ਸ਼ੀਟ 'ਚ 27ਵੇਂ ਪ੍ਰਸ਼ਨ ਦੇ ਨਾਲ ਜਿਹੜੀ ਡੱਬੀ ਬਣੀ ਆ ਉੱਥੇ ਲਿਖ ਦੇਣਾ। ਠੀਕ ਹੈ ਜੀ, ਉਸ ਤੋਂ ਬਾਅਦ ਇਸੇ ਤਰ੍ਹਾਂ ਹੀ 28ਵੇਂ ਪ੍ਰਸ਼ਨ 'ਚ ਜਾ ਕੇ ਪੈਰਾਗ੍ਰਾਫ B। ਤੇ ਹੁਣ ਅੱਗੇ ਦੇਖੋ ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਹੋਈ ਆ ਪੈਰਾਗ੍ਰਾਫ C, ਉਹਦਾ ਉਹਨਾਂ ਨੇ ਉੱਤਰ ਪਹਿਲਾਂ ਹੀ ਲਿਖਤਾ ਵੀ 9ਵਾਂ ਹੈਡਿੰਗ ਆਊਗਾ ਇਹਦਾ। ਇਹ ਆਪਾਂ ਨੂੰ ਉਹਨਾਂ ਨੇ ਸੈਂਪਲ ਕਰਕੇ ਦਿਖਾਇਆ। ਉੱਥੇ ਕੀ ਹੁੰਦਾ, ਆਪਾਂ ਇਹ ਐਗਜ਼ਾਮਪਲ ਵਾਲਾ ਪੜ੍ਹਨ ਬਹਿ ਜਾਂਦੇ ਤੇ ਆਪਾਂ ਦੇਖ ਲੈਂਦੇ ਵੀ ਇਹਦਾ 9ਵਾਂ ਉੱਤਰ ਕਿਉਂ ਆਇਆ। ਉੱਥੇ ਆਪਾਂ ਇਹਦੇ 'ਤੇ ਟਾਈਮ ਵੇਸਟ ਨਹੀਂ ਕਰਨਾ, ਪੈਰਾਗ੍ਰਾਫ C ਨੂੰ ਕਰ ਦਿਓ ਸਕਿਪ, ਕੋਈ ਚੱਕਰ ਨਹੀਂ। ਉਦੋਂ ਬਾਅਦ ਦੇਖੋ 29ਵੇਂ ਤੇ ਪੈਰਾਗ੍ਰਾਫ D ਲਿਖਿਆ ਹੋਇਆ। ਕਈ ਵਾਰੀ ਕੀ ਹੁੰਦਾ ਨਾ, ਅਸੀਂ ਕਾਹਲੀ ਕਰਦੇ ਆਏ ਵੀ 28ਵੇਂ ਤੱਕ B ਆ, 29ਵੇਂ ਤੇ C ਆਊਗਾ, ਆਪਾਂ C ਪੜ੍ਹ ਕੇ C ਦਾ ਹੈਡਿੰਗ ਸੋਚਣ ਲੱਗ ਜਾਂਦੇ ਆ। ਇਹ ਧਿਆਨ 'ਚ ਰੱਖਣਾ ਵੀ ਉਹਨਾਂ ਨੇ ਐਗਜ਼ਾਮਪਲ ਕਿਹੜੀ ਦਿੱਤੀ ਹੋਈ ਆ, ਉਹ ਤੁਹਾਨੂੰ ਉਦਾਹਰਨ ਵਜੋਂ ਇੱਕ ਹੱਲ ਕਰਕੇ ਉਹਨਾਂ ਨੇ ਦਿਖਾਇਆ ਹੁੰਦਾ ਵੀ ਤਾਂ ਕਿ ਤੁਹਾਨੂੰ ਸਮਝ ਆ ਜੇ। ਇਸ ਲਈ ਆਪਾਂ ਇਹ ਚੀਜ਼ਾਂ ਦਾ ਵੀ ਖਿਆਲ ਰੱਖਣਾ, ਇਹ ਚੀਜ਼ਾਂ 'ਚ ਆਪਾਂ ਕਾਹਲੀ ਕੋਈ ਨਹੀਂ ਕਰਨੀ। ਇਸ ਤਰ੍ਹਾਂ ਦੇਖੋ ਆਪਣੇ ਕੋਲ 6 ਪ੍ਰਸ਼ਨ ਨੇ, ਆਪਾਂ 6 ਹੈਡਿੰਗ ਲੱਭ ਕੇ ਇੱਥੇ ਉਹਨਾਂ ਦਾ ਨੰਬਰ ਲਿਖ ਦੇਣਾ। ਤੇ ਇਹ ਸਾਰੀਆਂ ਇੰਸਟਰਕਸ਼ਨਸ ਪੜ੍ਹਨ ਤੋਂ ਬਾਅਦ ਜਿਹੜਾ ਆਪਾਂ ਪਹਿਲਾ ਕੰਮ ਕਰਨਾ ਹੁੰਦਾ ਉਹ ਇਹ ਆ ਵੀ ਆਪਾਂ ਹੈਡਿੰਗਸ ਸਮਾਰ ਕੇ ਸਾਰੇ ਪੜ੍ਹਨੇ ਆ ਤੇ ਉਹਨਾਂ ਦਾ ਮਤਲਬ ਵੀ ਸਮਝਣਾ ਗਾ, ਆਪਦੇ ਦਿਮਾਗ 'ਚ ਵਸਾ ਲੈਣੇ ਨੇ। ਪਹਿਲਾ ਕੰਮ ਇਹ ਕਰਨਾ, ਹੈਡਿੰਗਸ ਦੀ ਲਿਸਟ ਪੜ੍ਹੋ, ਉਸ ਤੋਂ ਬਾਅਦ ਪੈਰਾਗ੍ਰਾਫਸ ਜਾ ਕੇ ਪੜ੍ਹਨੇ ਨੇ। ਲਓ ਜੀ ਆਪਾਂ ਦੇਖਦੇ ਹਾਂ ਪਹਿਲਾਂ ਹੈ ਨਾ, ਰੋਬੋਟਸ ਵਰਕਿੰਗ ਟੂਗੈਦਰ, ਰੋਬੋਟਸ ਇਕੱਠੇ ਕੰਮ ਕਰ ਰਹੇ ਨੇ। ਇਹ ਤੋਂ ਆਈਡੀਆ ਵੀ ਦਿਮਾਗ 'ਚ ਬਣਾ ਲਓ ਵੀ ਕੋਈ ਇਹੋ ਜਿਹਾ ਪੈਰਾਗ੍ਰਾਫ ਹੋਊ ਜਿੱਥੇ ਰੋਬੋਟ ਸਾਰੇ ਮਿਲ ਕੇ ਕੰਮ ਕਰ ਰਹੇ ਹੋਣਗੇ। ਦੂਜਾ ਆ ਗਿਆ ਪ੍ਰੀਪੇਅਰਿੰਗ LGVs ਫॉर ਟੇਕ ਓਵਰ, LGVs ਨੂੰ ਪ੍ਰੀਪੇਅਰ ਕਰਨਾ ਟੇਕ ਓਵਰ ਲਈ। ਤੀਜਾ ਆ ਗਿਆ ਲੁਕਿੰਗ ਅਹੈਡ, ਅੱਗੇ ਦੀ ਸੋਚਣਾ, ਅੱਗੇ ਬਾਰੇ ਦੇਖਣਾ। ਦ LGVs ਮੇਨ ਫੰਕਸ਼ਨਸ, LGVs ਨੇ ਜਿਹੜੇ ਉਹਨਾਂ ਦੇ ਮੇਨ ਫੰਕਸ਼ਨਸ 'ਤੇ ਹੋਊਗਾ ਪੈਰਾਗ੍ਰਾਫ ਹੈ ਨਾ। ਸਪਲਿਟ ਲੋਕੇਸ਼ਨ ਫॉर ਨਿਊਜ਼ਪੇਪਰ ਪ੍ਰੋਡਕਸ਼ਨ, ਨਿਊਜ਼ਪੇਪਰ ਦੀ ਜਿਹੜੀ ਪ੍ਰੋਡਕਸ਼ਨ ਆ ਉਹਦੀ ਜਿਹੜੀ ਲੋਕੇਸ਼ਨ ਆ ਉਹ ਸਪਲਿਟ ਹੋਊਗੀ ਵੀ ਅੱਧਾ ਕਿਤੇ ਅੱਧਾ ਕਿਤੇ ਅੱਧਾ ਕਿਤੇ ਆ, ਇਹਨੂੰ ਹੀ ਕਹਿੰਦੇ ਆਪਾਂ ਸਪਲਿਟ ਹੋਣਾ। ਤੇ ਅੱਗੇ ਆ ਗਿਆ ਨਿਊਜ਼ਪੇਪਰਸ ਸੁਪਰਸੀਡਡ ਬਾਏ ਟੈਕਨੋਲੋਜੀ। ਸੁਪਰਸੀਡ ਦਾ ਮਤਲਬ ਹੁੰਦਾ ਵੀ ਕੋਈ ਚੀਜ਼ ਨੂੰ ਦੱਬ ਲੈਣਾ, ਕੋਈ ਚੀਜ਼ ਦੀ ਜਗ੍ਹਾ ਲੈ ਲੈਣੀ। ਠੀਕ ਹੈ ਜੀ,
ਉਸ ਤੋਂ ਬਾਅਦ ਆ ਗਿਆ ਗੈਟਿੰਗ ਦਾ ਨਿਊਜ਼ਪੇਪਰ ਟੂ ਦਾ ਪ੍ਰਿੰਟਿੰਗ ਸੈਂਟਰ, ਨਿਊਜ਼ਪੇਪਰ ਨੂੰ ਪ੍ਰਿੰਟਿੰਗ ਸੈਂਟਰ ਤੱਕ ਲੈ ਕੇ ਜਾਣਾ। ਅਗਲਾ ਆ ਗਿਆ ਕੰਟਰੋਲਿੰਗ ਦਾ ਰੋਬੋਟਸ, ਰੋਬੋਟਸ ਨੂੰ ਕੰਟਰੋਲ ਕਰਨਾ। ਉਸ ਤੋਂ ਬਾਅਦ ਆ ਗਿਆ ਬੀ ਅਵੇਅਰ ਆਫ ਰੋਬੋਟਸ, ਮਤਲਬ ਰੋਬੋਟਸ ਤੋਂ ਸਾਵਧਾਨ। ਠੀਕ ਹੈ ਜੀ, ਆਪਾਂ ਹੈਡਿੰਗਸ ਪੜ੍ਹ ਲਏ, ਉਹਨਾਂ ਦਾ ਮਤਲਬ ਵੀ ਸਮਝ ਲਿਆ। ਹੁਣ ਆਪਾਂ ਪੈਰਾਗ੍ਰਾਫ ਜਦੋਂ ਪੜ੍ਹਾਂਗੇ ਆਪਣੇ ਦਿਮਾਗ 'ਚ ਚੀਜ਼ਾਂ ਸਟੱਕ ਹੋਣਗੀਆਂ। ਪੈਰਾਗ੍ਰਾਫ ਪੜ੍ਹ ਕੇ ਆਪਾਂ ਨਾਲ ਹੀ ਜਦੋਂ ਹੈਡਿੰਗ ਦੀ ਲਿਸਟ ਦੇਖਾਂਗੇ ਆਪਾਂ ਨੂੰ ਨਾਲ ਦੀ ਨਾਲ ਪਤਾ ਲੱਗ ਜਾਣਾ ਵੀ ਆਹ ਹੈਡਿੰਗ ਹੋ ਸਕਦਾ। ਅਤੇ ਇਹਦੇ ਵਿੱਚ ਵੀ ਜਿਹੜੀ ਸਭ ਤੋਂ ਜ਼ਰੂਰੀ ਗੱਲ ਇਹ ਆ ਵੀ ਆਪਾਂ ਕੀ ਆਈਡੀਆ 'ਤੇ ਫੋਕਸ ਕਰਨਾ। ਅਤੇ ਜੇ ਤੁਹਾਨੂੰ ਇਹ ਆਦਤ ਆ ਵੀ ਤੁਸੀਂ ਕੀਵਰਡਸ ਅੰਡਰਲਾਈਨ ਕਰ ਲੈਂਦੇ ਹੋ ਤਾਂ ਉਹ ਵੀ ਕਰ ਸਕਦੇ ਹੋ, ਕੋਈ ਚੱਕਰ ਨਹੀਂ। ਪਰ ਤੁਸੀਂ ਇਕੱਲੇ ਕੀਵਰਡਸ 'ਤੇ ਫੋਕਸ ਨਾ ਕਰਿਓ ਵੀ ਜੇ ਇਹੋ ਜਿਹੇ ਸ਼ਬਦ ਹੀ ਉੱਥੇ ਲਿਖੇ ਹੋਏ ਨੇ ਤੁਸੀਂ ਤਾਂ ਹੀ ਉਹ ਪੈਰਾਗ੍ਰਾਫ ਦਾ ਹੈਡਿੰਗ ਇਹ ਲਿਖਣਾ। ਅਜਿਹਾ ਨਹੀਂ ਹੁੰਦਾ। ਮੰਨ ਲਓ ਜੇ ਤੁਸੀਂ ਆਹ ਸੇਮ ਸ਼ਬਦ ਵੀ ਪੈਰਾਗ੍ਰਾਫ 'ਚ ਭਾਲ ਲਏ ਨਾ ਹੈਡਿੰਗਸ ਵਾਲੇ, ਹੋ ਸਕਦਾ ਉਹਦਾ ਹੈਡਿੰਗ ਹੋਵੇ ਹੀ ਨਾ, ਹੋ ਸਕਦਾ ਉਹਦਾ ਹੈਡਿੰਗ ਓਪੋਜ਼ਿਟ ਹੋਵੇ। ਇਸ ਕਰਕੇ ਆਪਾਂ ਕੀ ਆਈਡੀਆ 'ਤੇ ਫੋਕਸ ਕਰਨਾ, ਆਪਾਂ ਹੈਡਿੰਗਸ ਦਾ ਕੀ ਆਈਡੀਆ ਸਮਝਣਾ, ਪੈਰਾਗ੍ਰਾਫ ਦਾ ਕੀ ਆਈਡੀਆ ਸਮਝਣਾ ਅਤੇ ਫਿਰ ਮੈਚ ਕਰ ਲੈਣਾ। ਲਓ ਜੀ, ਹੁਣ ਆਪਾਂ ਸ਼ੁਰੂ ਕਰਦੇ ਹਾਂ। ਪਹਿਲਾ ਪੈਰਾਗ੍ਰਾਫ ਆਪਣੇ ਕੋਲ ਏ। ਵੀਡੀਓ ਨੂੰ ਪੌਜ਼ ਕਰ ਲਓ ਅਤੇ ਸਾਰਾ ਪੈਰਾਗ੍ਰਾਫ ਪੜ੍ਹੋ, ਇਹਦਾ ਮਤਲਬ ਫਿਰ ਸਮਝਿਓ ਵੀ ਹਾਂ ਇਹਦਾ ਮਤਲਬ ਕੀ ਬਣ ਰਿਹਾ। ਹੁਣ ਮੈਨੂੰ ਲੱਗਦਾ ਵੀ ਤੁਸੀਂ ਪੈਰਾਗ੍ਰਾਫ ਤਾਂ ਪੜ੍ਹ ਲਿਆ ਹੋਊਗਾ। ਪੈਰਾਗ੍ਰਾਫ ਪੜ੍ਹਨ ਤੋਂ ਬਾਅਦ ਨਾਲ ਆਪਾਂ ਕੀ ਕਰਨਾ ਹੁੰਦਾ ਪੇਪਰ 'ਚ ਵੀ ਨਾਲ ਲਿਸਟ ਆਫ ਹੈਡਿੰਗਸ ਆਪਾਂ ਦੇਖ ਲੈਂਦੇ ਹਾਂ। ਪੜ੍ਹ ਕੇ ਆਪਾਂ ਦੁਬਾਰਾ ਫੇਰ ਦੇਖੋ ਲਿਸਟ ਆਫ ਹੈਡਿੰਗਸ ਕੱਢ ਲਿਆ ਹੈ ਨਾ। ਉਹ ਤੋਂ ਪੜ੍ਹ ਕੇ ਤੁਹਾਨੂੰ ਇੱਕ ਆਈਡੀਆ ਤਾਂ ਹੋਇਆ ਹੋਊਗਾ ਵੀ ਜਿਹੜਾ ਇਹਦਾ ਉੱਤਰ ਹੈ ਉਹ 5ਵਾਂ, ਇਹਦਾ ਉੱਤਰ 5ਵਾਂ ਕਿਉਂ ਆ ਉਹ ਵੀ ਤੁਸੀਂ ਦੇਖੋ। 5ਵਾਂ ਹੈਡਿੰਗ ਪੜ੍ਹੋ, ਸਪਲਿਟ ਲੋਕੇਸ਼ਨ ਫॉर ਨਿਊਜ਼ਪੇਪਰ ਪ੍ਰੋਡਕਸ਼ਨ, ਮਤਲਬ ਜਿਹੜੀ ਨਿਊਜ਼ਪੇਪਰ ਦੀ ਪ੍ਰੋਡਕਸ਼ਨ ਆ ਉਹਦੇ ਵਾਸਤੇ ਜਿਹੜੀ ਲੋਕੇਸ਼ਨ ਆ ਉਹ ਸਪਲਿਟ ਮਤਲਬ ਟੁੱਟ ਜਾਣੀ, ਅੱਡ ਥਾਵਾਂ 'ਤੇ ਹੋਣੀ, ਬਿਖਰੀ ਹੋਣੀ। ਦੇਖੋ ਪੈਰਾਗ੍ਰਾਫ 'ਚ ਦੇਖੋ, ਸ਼ੁਰੂ ਤੋਂ ਹੀ ਪੜ੍ਹ ਲਓ। The newspaper production process has come a long way from the old days when the paper was written, edited, typeset and ultimately printed in one building with the journalists working on the upper floors and the printing presses going on the ground floor। ਕਹਿੰਦੇ ਪਹਿਲਾਂ ਕੀ ਹੁੰਦਾ ਸੀਗਾ, ਇੱਕ ਹੀ ਵੱਡੀ ਬਿਲਡਿੰਗ ਹੁੰਦੀ ਸੀ, ਉਹਦੇ 'ਚ ਜਿਹੜੇ ਜਰਨਲਿਸਟ ਹੁੰਦੇ ਸੀਗੇ ਉਹ ਅੱਪਰ ਫਲੋਰ 'ਤੇ ਕੰਮ ਕਰਦੇ ਸੀ ਅਤੇ ਪ੍ਰਿੰਟਿੰਗ ਪ੍ਰੈਸ ਗਰਾਊਂਡ ਫਲੋਰ 'ਤੇ ਹੁੰਦੀ ਸੀ। ਮਤਲਬ ਅੱਡ ਮੰਜ਼ਲਾਂ 'ਤੇ ਅੱਡ ਕੰਮ ਹੋ ਰਿਹਾ ਹੁੰਦਾ ਸੀ। These days the editors, sub-editors and journalists who put the paper together are likely to find themselves in totally different building or maybe even in a different city। ਹੁਣ ਉਹ ਕਹਿੰਦੇ ਅੱਜ ਦੀ ਸਥਿਤੀ ਇਹ ਬਣ ਚੁੱਕੀ ਹੈ ਵੀ ਇਹ ਅਲੱਗ-ਅਲੱਗ ਜਗ੍ਹਾ 'ਤੇ ਹੁੰਦੇ ਨੇ। ਅਲੱਗ-ਅਲੱਗ ਜਗ੍ਹਾ ਛੱਡੋ, ਕਹਿੰਦੇ ਹੋ ਸਕਦਾ ਉਹ ਅਲੱਗ-ਅਲੱਗ ਸ਼ਹਿਰ 'ਚ ਹੀ ਬੈਠੇ ਹੋਣ। ਅਤੇ ਉਸ ਤੋਂ ਬਾਅਦ ਵੀ ਅੱਗੇ ਆਪਾਂ ਪੈਰਾਗ੍ਰਾਫ ਪੜ੍ਹਾਂਗੇ, ਸਾਰਾ ਪੜ੍ਹ ਕੇ ਦੇਖੋ, ਤੁਹਾਨੂੰ ਆਪੇ ਪਤਾ ਲੱਗ ਜੂ ਵੀ ਇਹਦਾ ਹੈਡਿੰਗ ਆ ਜਿਹੜਾ ਉਹ 5ਵਾਂ ਹੀ ਆਉਣਾ। ਵੀ ਜਿਹੜੀ ਨਿਊਜ਼ਪੇਪਰ ਪ੍ਰੋਡਕਸ਼ਨ ਆ, ਨਿਊਜ਼ਪੇਪਰ ਦੀ ਪੈਦਾਵਾਰ ਆ, ਉਹਦੀ ਜਿਹੜੀ ਲੋਕੇਸ਼ਨ ਆ ਪਹਿਲਾਂ ਉਹ ਇੱਕ ਥਾਂ 'ਤੇ ਹੁੰਦੀ ਸੀ ਇੱਕ ਬਿਲਡਿੰਗ 'ਚ, ਹੁਣ ਉਹ ਸਪਲਿਟ ਹੋ ਗਈ ਆ, ਉਹ ਟੁੱਟ ਗਈ ਆ, ਉਹ ਅੱਡ ਥਾਵਾਂ 'ਤੇ ਹੋ ਗਈ ਆ, ਬਿਖਰ ਗਈ ਆ। ਠੀਕ ਹੈ ਜੀ। ਅਤੇ ਇਸ ਤੋਂ ਬਾਅਦ ਅੱਗੇ ਆ ਗਿਆ ਆਪਣੇ ਕੋਲ ਬੀ ਪੈਰਾਗ੍ਰਾਫ। ਇਹਨੂੰ ਸਾਰੇ ਨੂੰ ਤੁਸੀਂ ਪੜ੍ਹ ਲਓ, ਵੀਡੀਓ ਨੂੰ ਪੌਜ਼ ਕਰ ਲਓ, ਫਿਰ ਇਹਨੂੰ ਸਮਝ ਲਿਓ ਵੀ ਇਹਦੇ ਵਿੱਚ ਕੀ ਗੱਲ ਹੋ ਰਹੀ ਹੈ। ਹੁਣ ਮੈਨੂੰ ਲੱਗਦਾ ਵੀ ਤੁਸੀਂ ਪੈਰਾਗ੍ਰਾਫ ਪੜ੍ਹ ਲਿਆ ਹੋਊਗਾ ਅਤੇ ਇਹਨੂੰ ਸਮਝ ਵੀ ਲਿਆ ਹੋਊਗਾ। ਹੁਣ ਨਾਲ ਆਪਾਂ ਦੇਖਦੇ ਹਾਂ ਲਿਸਟ ਆਫ ਹੈਡਿੰਗਸ। ਇਹਦੇ 'ਚ ਆਪਾਂ ਦੇਖਦੇ ਹਾਂ ਵੀ ਕਿਹੜਾ ਹੈਡਿੰਗ ਆ ਜਿਹੜਾ ਉਹ ਸਭ ਤੋਂ ਜ਼ਿਆਦਾ ਸੂਟੇਬਲ ਆ ਸਾਡੇ ਪੈਰਾਗ੍ਰਾਫ ਲਈ, ਵੀ ਜਿਹੜਾ ਸਾਡਾ ਉੱਤਰ ਹੋਊਗਾ। ਦੇਖੋ ਜੇ ਤੁਸੀਂ ਇਹ ਧਿਆਨ ਨਾਲ ਪੈਰਾਗ੍ਰਾਫ ਪੜ੍ਹਿਆ ਹੋਇਆ ਤਾਂ ਤੁਹਾਨੂੰ ਇਹ ਪਤਾ ਲੱਗ ਹੀ ਜਾਊਗਾ ਵੀ ਇਹ ਸਾਰੇ ਪੈਰਾਗ੍ਰਾਫ 'ਚ ਗੱਲ ਇਹੀ ਕੀਤੀ ਗਈ ਹੈ ਵੀ ਨਿਊਜ਼ਪੇਪਰ ਨੂੰ ਪ੍ਰਿੰਟਿੰਗ ਸੈਂਟਰ ਤੱਕ ਲੈ ਕੇ ਜਾਣਾ। ਪਹਿਲੀਆਂ 3 ਲਾਈਨਸ ਹੀ ਦੇਖ ਲਓ, ਉਹਦੇ 'ਚ ਦੇਖੋ all the pages are transmitted electronically from the pre-press center to the printing center। ਅੱਗੇ ਸਾਰਾ ਇਹੀ ਪ੍ਰੋਸੈਸ ਲਿਖਿਆ ਹੋਇਆ। ਅਤੇ ਅਗਲੀ ਗੱਲ ਇਹ ਆ ਵੀ ਇਹਦਾ ਇੱਕ ਟ੍ਰਿਕ ਜਿਹੜਾ ਤੁਸੀਂ ਕਹਿ ਲਓ ਵੀ ਹਾਂ ਉਹ ਬਹੁਤ ਵਧੀਆ ਟ੍ਰਿਕ ਹੈ। ਪਹਿਲੀਆਂ 2-3 ਲਾਈਨਸ ਅਤੇ ਆਖਰੀ 2-3 ਲਾਈਨਸ ਨੂੰ ਤਾਂ ਬਹੁਤ ਧਿਆਨ ਨਾਲ ਪੜ੍ਹੋ, ਉਹਨਾਂ ਦੇ ਵਿੱਚੋਂ ਤੁਹਾਨੂੰ ਕੀ ਆਈਡੀਆ ਜ਼ਰੂਰ ਮਿਲੂਗਾ, ਤੁਹਾਨੂੰ ਹਿੰਟ ਜ਼ਰੂਰ ਮਿਲੂਗਾ ਵੀ ਇਹ ਪੈਰਾਗ੍ਰਾਫ ਕਿਹਦੇ ਬਾਰੇ ਆ। ਠੀਕ ਹੈ ਜੀ। ਅਤੇ ਇੱਥੇ ਵੀ ਉਹੀ ਹੋਇਆ, ਆਪਾਂ ਨੂੰ ਆਈਡੀਆ ਮਿਲ ਗਿਆ। ਇਸ ਕਰਕੇ ਆਪਾਂ ਇਹਦਾ ਉੱਤਰ ਲਿਖ ਦਾਂਗੇ 7ਵਾਂ, ਗੈਟਿੰਗ ਦਾ ਨਿਊਜ਼ਪੇਪਰ ਟੂ ਦਾ ਪ੍ਰਿੰਟਿੰਗ ਸੈਂਟਰ। ਮੈਨੂੰ ਪੂਰੀ ਉਮੀਦ ਆ ਵੀ ਇਹ ਦੂਜਾ ਵੀ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਅਤੇ ਅੱਗੇ ਆ ਗਿਆ ਆਪਣੇ ਕੋਲ ਡੀ ਪੈਰਾਗ੍ਰਾਫ। ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਜਦੋਂ ਤੁਸੀਂ ਉੱਥੇ ਪੈਸੇ ਸਾਰੇ ਦੇਖੋਗੇ ਨਾ ਉੱਥੇ ਸੀ ਪੈਰਾਗ੍ਰਾਫ ਵੀ ਆਊਗਾ ਤੁਹਾਡੇ ਕੋਲ। ਸੀ ਵਾਲਾ ਨਾ ਪੜ੍ਹਨ ਬਹਿ ਜਾਓ ਗਲਤੀ ਨਾਲ, ਕਿਉਂਕਿ ਉਹ ਸਾਨੂੰ ਉਹਨਾਂ ਨੇ ਐਗਜ਼ਾਮਪਲ 'ਚ ਸੋਲਵ ਕਰਕੇ ਦਿਖਾਤਾ, ਉਹ ਡਨ ਹੈ।
ਉਹਦਾ ਆਪਾਂ ਕੁਝ ਨਹੀਂ ਕਰਨਾ, ਉਹਨੂੰ ਛੱਡੋ। ਹੁਣ ਆਪਾਂ ਸਿੱਧਾ ਬੀ ਤੋਂ ਬਾਅਦ ਡੀ ਵਾਲਾ ਚੱਕ ਲਿਆ। ਇਹਨੂੰ ਪੜ੍ਹੋ, ਵੀਡੀਓ ਨੂੰ ਪੌਜ਼ ਕਰ ਲਓ ਤੇ ਆਈਡੀਆ ਸਮਝੋ। ਲਓ ਜੀ, ਪੈਰਾਗ੍ਰਾਫ ਤੁਸੀਂ ਪੜ੍ਹ ਲਿਆ ਹੋਣਾ। ਹੁਣ ਨਾਲ ਤੁਸੀਂ ਲਿਸਟ ਆਫ ਹੈਡਿੰਗਸ ਵੀ ਦੇਖ ਲਓ ਤੇ ਦੇਖੋ ਵੀ ਜਿੰਨਾ ਕੁ ਤੁਸੀਂ ਪੈਰਾਗ੍ਰਾਫ 'ਚੋਂ ਪੜ੍ਹ ਕੇ ਗੱਲ ਸਮਝੀਏ ਵੀ ਇਹਦੇ 'ਚ ਕੋਈ ਉਹ ਹੈਡਿੰਗ ਤੁਹਾਨੂੰ ਮਿਲ ਰਿਹਾ। ਤੇ ਮੈਨੂੰ ਪੂਰੀ ਉਮੀਦ ਆ ਵੀ ਤੁਹਾਨੂੰ ਉਹ ਹੈਡਿੰਗ ਜ਼ਰੂਰ ਮਿਲ ਗਿਆ ਹੋਊਗਾ। ਇਹਦਾ ਉੱਤਰ ਆਪਣੇ ਕੋਲੇ ਚੌਥਾ, ਦ LGV's ਮੇਨ ਫੰਕਸ਼ਨਸ। ਪੈਰਾਗ੍ਰਾਫ ਆਪਾਂ ਦੁਬਾਰੇ ਲੈ ਆਏ ਤੇ ਇਹਨੂੰ ਦੁਬਾਰਾ ਚੈੱਕ ਕਰੋ। ਇਹਦੇ 'ਚ ਮੇਨ ਫੰਕਸ਼ਨਸ ਆਫ LGV's ਬਾਰੇ ਹੀ ਗੱਲ ਕੀਤੀ ਆ। ਇਹ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਹੋਊਗਾ। ਇਸ ਕਰਕੇ ਮੈਨੂੰ ਲੱਗਦਾ ਵੀ ਇਹ 'ਚ ਵੀ ਤੁਹਾਨੂੰ ਕੋਈ ਡਾਊਟ ਨਹੀਂ ਹੋਣਾ, ਇਹ ਵੀ ਤੁਹਾਨੂੰ ਸਮਝ ਆ ਗਿਆ ਹੋਊਗਾ। ਤੇ ਅੱਗੇ ਆ ਗਿਆ ਆਪਣੇ ਕੋਲੇ ਈ ਪੈਰਾਗ੍ਰਾਫ। ਵੀਡੀਓ ਨੂੰ ਫੇਰ ਪੌਜ਼ ਕਰੋ ਤੇ ਪੈਰਾਗ੍ਰਾਫ ਪੜ੍ਹੋ ਤੇ ਦੇਖੋ ਵੀ ਇਹਦੇ 'ਚੋਂ ਸਾਨੂੰ ਕੀ ਆਈਡੀਆ, ਕੀ ਨਿਕਲ ਕੇ ਆ ਰਿਹਾ, ਸਾਨੂੰ ਕੀ ਪਤਾ ਲੱਗ ਰਿਹਾ। ਲਓ ਜੀ, ਮੈਨੂੰ ਲੱਗਦਾ ਤੁਸੀਂ ਪੈਰਾਗ੍ਰਾਫ ਨੂੰ ਪੜ੍ਹ ਕੇ ਆਪਦੇ ਦਿਮਾਗ 'ਚ ਆਈਡੀਆ ਲੈ ਆਏ ਹੋਵੋਗੇ। ਹੁਣ ਲਿਸਟ ਆਫ ਹੈਡਿੰਗਸ ਆ ਗਿਆ। ਆਪਾਂ ਹੈਡਿੰਗਸ ਵੱਲ ਝਾਤੀ ਮਾਰਨੀ ਆ, ਦੇਖਾਂਗੇ ਵੀ ਕੀ ਉੱਤਰ ਆਊਗਾ ਇਹਦਾ। ਤੇ ਤੁਹਾਨੂੰ ਦੇਖਣ ਸਾਰ ਮੈਨੂੰ ਲੱਗਦਾ ਕਲੀਅਰ ਹੋ ਗਿਆ ਹੋਊ ਵੀ ਇਹਦਾ ਉੱਤਰ ਪਹਿਲਾ ਹੀ ਆ, ਰੋਬੋਟਸ ਵਰਕਿੰਗ ਟੂਗੈਦਰ। ਕਿਉਂਕਿ ਇਹਦੇ 'ਚ ਦੇਖੋ ਵੀ ਰੋਬੋਟਸ ਬਾਰੇ ਹੀ ਗੱਲ ਹੋ ਰਹੀ ਹੈ ਵੀ ਕਿਵੇਂ ਕਿਵੇਂ ਰੋਬੋਟਸ ਕੰਮ ਕਰ ਰਹੇ ਨੇ, ਹੈ ਨਾ। ਕਿਹੜਾ ਰੋਬੋਟ ਕੀ ਕਰ ਰਿਹਾ, ਅੱਗੇ ਕੀ ਕੀ ਹੁੰਦਾ। ਰੋਬੋਟਸ ਵਰਕਿੰਗ ਟੂਗੈਦਰ। ਤੇ ਇੱਕ ਤੁਸੀਂ ਹੋਰ ਦੇਸੀ ਤਰੀਕਾ ਵੀ ਵਰਤ ਸਕਦੇ ਹੋ। ਮੰਨ ਲਓ ਤੁਸੀਂ ਹੁਣ ਇਹ 'ਚੋਂ ਪੈਰਾਗ੍ਰਾਫ 'ਚ ਤੁਹਾਨੂੰ ਪਤਾ ਤਾਂ ਲੱਗ ਗਿਆ ਸੀ ਵੀ ਆਹ ਦਿੱਤਾ, ਤੁਹਾਨੂੰ ਸਮਝ ਨਹੀਂ ਆ ਰਹੀ ਸੀ ਵੀ ਹੈਡਿੰਗ ਕੀ ਆਊਗਾ। ਤੁਸੀਂ ਰਿਜੈਕਟ ਵੀ ਕਰ ਸਕਦੇ ਹੋ। ਦੇਖੋਗੇ ਤੁਸੀਂ ਵੀ ਆਹ ਚੀਜ਼ਾਂ ਨੇ, ਆਹ ਤਾਂ ਇਹਦਾ ਆ ਹੀ ਨਹੀਂ ਸਕਦਾ, ਆ ਵੀ ਨਹੀਂ ਆ ਸਕਦਾ। 2 ਜਾਂ 3 ਜਾਂ 4 ਜਿਨ੍ਹਾਂ 'ਚ ਤੁਸੀਂ ਕਨਫਿਊਜ਼ਡ ਹੋ ਉਹਨਾਂ ਨੂੰ ਰਿਜੈਕਟ ਕਰੋ ਵੀ ਆ ਵੀ ਨਹੀਂ ਤਾਂ ਹੋ ਸਕਦਾ, ਆ ਵੀ ਨਹੀਂ ਹੋ ਸਕਦਾ, ਵੀ ਇਹਨਾਂ ਦੋਨਾਂ 'ਚੋਂ ਆਊ ਤੇ ਇਹਨਾਂ ਦੋਨਾਂ 'ਚੋਂ ਮੈਨੂੰ ਆਹ ਲੱਗਦਾ। ਜੋ ਜ਼ਿਆਦਾ ਸੂਟੇਬਲ ਆ ਉਹਨੂੰ ਤੁਸੀਂ ਆਪਣੇ ਹਿਸਾਬ ਨਾਲ ਚੱਕੋ ਤੇ ਉਹ ਆਨਸਰ ਲਿਖ ਦਿਓ। ਇਹ ਵੀ ਇੱਕ ਟ੍ਰਿਕ ਹੀ ਕਹਿ ਲਓ, ਇਹ ਵੀ ਇੱਕ ਵਧੀਆ ਟੈਕਨੀਕ ਆ ਵੀ ਬਾਕੀ ਉੱਤਰਾਂ ਨੂੰ ਰਿਜੈਕਟ ਕਰੋ। ਜਿੰਨੇ ਹੈਡਿੰਗਸ 'ਚ ਤੁਹਾਨੂੰ ਕਨਫਿਊਜ਼ਨ ਆ ਉਹਨਾਂ 'ਚੋਂ ਰਿਜੈਕਟ ਕਰਨਾ ਸ਼ੁਰੂ ਕਰੋ ਤੇ ਅਖੀਰ ਤੇ ਤੁਹਾਡੇ ਕੋਲ ਸਹੀ ਉੱਤਰ ਤੁਹਾਨੂੰ ਜ਼ਰੂਰ ਮਿਲੂਗਾ ਵੀ ਹਾਂ ਆਹ ਸਹੀ ਹੈ। ਤੇ ਪੂਰੀ ਉਮੀਦ ਆ ਵੀ ਇਹਦਾ ਵੀ ਤੁਹਾਨੂੰ ਸਹੀ ਉੱਤਰ ਲੱਭ ਗਿਆ ਹੋਊਗਾ, ਰੋਬੋਟਸ ਵਰਕਿੰਗ ਟੂਗੈਦਰ। ਤੇ ਤੁਸੀਂ ਦੁਬਾਰਾ ਪੈਰਾਗ੍ਰਾਫ 'ਚ ਇਹਨੂੰ ਚੈੱਕ ਵੀ ਕਰ ਲਓ ਵੀ ਕਿਵੇਂ ਇਹਦੇ ਵਿੱਚ ਇਹੀ ਚੀਜ਼ ਐਕਸਪਲੇਨ ਕਰੀ ਹੋਈ ਹੈ ਵੀ ਰੋਬੋਟਸ ਇਕੱਠੇ ਹੋ ਕੇ ਕੰਮ ਕਰ ਰਹੇ ਨੇ। ਅੱਗੇ ਆ ਗਿਆ ਜੀ ਆਪਣੇ ਕੋਲੇ ਐਫ ਪੈਰਾਗ੍ਰਾਫ। ਐਫ ਪੈਰਾਗ੍ਰਾਫ ਨੂੰ ਪੌਜ਼ ਕਰ ਲਓ, ਸਾਰਾ ਪੜ੍ਹੋ ਤੇ ਫਿਰ ਆਪਣੇ ਦਿਮਾਗ 'ਚ ਆਈਡੀਆ ਲੈ ਕੇ ਆਓ। ਕੀ ਆਈਡੀਆ ਜਨਰੇਟ ਕਰੋ, ਕੀ ਆਈਡੀਆ ਸੋਚੋ ਵੀ ਕੀ ਹੋ ਸਕਦਾ। ਹੁਣ ਲੱਗਦਾ ਵੀ ਤੁਸੀਂ ਪੈਰਾਗ੍ਰਾਫ ਪੜ੍ਹ ਲਿਆ ਹੋਊਗਾ। ਉਸ ਤੋਂ ਬਾਅਦ ਅੱਗੇ ਦੇਖੋ ਆਪਾਂ ਲਿਸਟ ਆਫ ਹੈਡਿੰਗਸ ਵੱਲ ਵੱਧਦੇ ਹਾਂ। ਹੁਣ ਦੇਖੋ ਵੀ ਇਹਦੇ 'ਚੋਂ ਕਿਹੜਾ ਹੈਡਿੰਗ ਆ ਸਕਦਾ। ਜੇ ਤੁਸੀਂ ਪੈਰਾਗ੍ਰਾਫ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਕੀ ਆਈਡੀਆ ਆਪਦੇ ਦਿਮਾਗ 'ਚ ਲੈ ਆਏ ਹੋਏ ਤਾਂ ਤੁਸੀਂ ਉਹਦੀ ਕਹਿ ਦੋਗੇ ਵੀ ਹਾਂ ਇਹਦਾ ਉੱਤਰ 8ਵਾਂ ਹੀ ਆਊਗਾ, ਕੰਟਰੋਲਿੰਗ ਦਾ ਰੋਬੋਟਸ। ਰੋਬੋਟਸ ਨੂੰ ਕੰਟਰੋਲ ਕਰਨਾ। ਦੇਖੋ ਅੱਗੇ ਆਪਾਂ ਫੇਰ ਪੈਰਾਗ੍ਰਾਫ ਖੋਲ੍ਹ ਲਿਆ, ਇਹਦੇ 'ਚ ਚੈੱਕ ਕਰੋ ਸਾਰਾ ਕੁਝ, ਦੁਬਾਰਾ ਇੱਕ ਵਾਰ ਪੜ੍ਹੋ, ਤੁਹਾਨੂੰ ਆਪੇ ਪਤਾ ਲੱਗੂਗਾ ਵੀ ਹਾਂ ਇਹਦੇ ਵਿੱਚ ਰੋਬੋਟਸ ਨੂੰ ਕੰਟਰੋਲ ਕਰਨ ਬਾਰੇ ਹੀ ਦੱਸਿਆ ਹੋਇਆ ਹੈਗਾ ਵੀ ਰੋਬੋਟਸ ਨੂੰ ਕਿਵੇਂ ਕੰਟਰੋਲ ਕਰਨਾ। ਲਓ ਜੀ, ਅਖੀਰ ਤੇ ਆ ਗਿਆ ਆਪਣੇ ਕੋਲੇ ਜੀ ਪੈਰਾਗ੍ਰਾਫ। ਬੜਾ ਹੀ ਨਿੱਕਾ ਜਿਹਾ ਪੈਰਾਗ੍ਰਾਫ ਆ, ਇਹਨੂੰ ਪੜ੍ਹ ਲਓ ਤੇ ਸਮਝ ਲਓ ਵੀ ਇਹਦੇ 'ਚ ਕੀ ਕਹਿਣਾ ਚਾਹੁੰਦੇ ਨੇ। ਠੀਕ ਹੈ ਜੀ, ਆਪਾਂ ਇਹਨੂੰ ਪੜ੍ਹ ਹੀ ਲੈਂਦੇ ਹਾਂ। ਦਾ ਕੁਐਸਚਨ ਨਿਊਜ਼ਪੇਪਰ ਵਰਕਰਸ ਮਸਟ ਨਾਓ ਆਸਕ ਹਾਊਐਵਰ ਇਜ਼ how long will it be before the robots are writing the newspapers as well as running the printing center, churning out the latest edition every morning। ਹੁਣ ਕਹਿੰਦੇ ਵੀ ਜਿਹੜੇ ਨਿਊਜ਼ਪੇਪਰ ਵਾਲੇ ਕਾਮੇ ਨੇ ਉਹ ਇੱਕ ਪ੍ਰਸ਼ਨ ਜ਼ਰੂਰ ਪੁੱਛਣਗੇ ਤੇ ਇਹ ਪ੍ਰਸ਼ਨ ਕਿਹੜਾ ਵੀ ਕਿੰਨਾ ਸਮਾਂ ਹੋਰ ਲੱਗੂਗਾ ਜਦੋਂ ਤੱਕ ਰੋਬੋਟਸ ਨਿਊਜ਼ਪੇਪਰ ਲਿਖਣ ਵੀ ਲੱਗ ਜਾਣਗੇ ਤੇ ਪ੍ਰਿੰਟਿੰਗ ਸੈਂਟਰ ਨੂੰ ਰਨ ਕਰਨ ਲੱਗ ਜਾਣਗੇ, ਮਤਲਬ ਚਲਾਉਣ ਲੱਗ ਜਾਣਗੇ ਤੇ ਹਰ ਸਵੇਰੇ ਨਵਾਂ ਐਡੀਸ਼ਨ ਆਇਆ ਕਰੂਗਾ। ਤੇ ਇਹ ਪੈਰਾਗ੍ਰਾਫ ਪੜ੍ਹ ਕੇ ਸਾਡੇ ਦਿਮਾਗ 'ਚ ਇੱਕੋ ਹੀ ਕੀ ਆਈਡੀਆ ਆਉਣਾ ਵੀ ਭਵਿੱਖ ਬਾਰੇ ਸੋਚਿਆ ਜਾ ਰਿਹਾ ਹੈ। ਠੀਕ ਹੈ ਜੀ, ਦੇਖੋ ਆਪਾਂ ਹੁਣ ਹੈਡਿੰਗਸ ਦੇਖਦੇ ਹਾਂ ਤੇ ਹੈਡਿੰਗਸ ਦੇਖਣ ਸਾਰ ਤੁਸੀਂ ਨਾਲ ਦੀ ਨਾਲ ਸਮਝ ਜਾਓਗੇ ਵੀ ਇਹਦਾ ਉੱਤਰ ਤੀਜਾ, ਲੁਕਿੰਗ ਅਹੈਡ, ਵੀ ਅੱਗੇ ਬਾਰੇ ਸੋਚਣਾ, ਅੱਗੇ ਦੇਖਣਾ ਵੀ ਆਉਣ ਵਾਲੇ ਸਮੇਂ 'ਚ ਕੀ ਹੋਣਾ। ਇਹਦਾ ਜੇ ਤੁਸੀਂ ਦੇਖੋ ਆਪਾਂ ਪੈਰਾਗ੍ਰਾਫ ਜਿੰਨਾ ਕੁ ਪੜ੍ਹਿਆ ਉਹਦੇ ਤੋਂ ਤੁਸੀਂ ਸਾਰੇ ਉੱਤਰ ਇਹਦੇ ਰਿਜੈਕਟ ਕਰ ਸਕਦੇ ਹੋ। ਤੁਸੀਂ ਇਹਦਾ ਇੱਕ ਉੱਤਰ ਜ਼ਰੂਰ ਸੋਚ ਸਕਦੇ ਹੋ ਸਕਦਾ ਤੁਹਾਡੇ ਦਿਮਾਗ 'ਚ ਆਵੇ ਵੀ ਇਹਦਾ ਉੱਤਰ 9ਵਾਂ ਵੀ ਆ ਸਕਦਾ ਸੀ, ਵੀ ਅਵੇਅਰ ਆਫ ਰੋਬੋਟਸ, ਪਰ ਇਹਦਾ ਉੱਤਰ 9ਵਾਂ ਨਹੀਂ ਆਊਗਾ ਕਿਉਂਕਿ ਪੈਰਾਗ੍ਰਾਫ 'ਚ ਆਪਾਂ ਨੂੰ ਕਿਤੇ ਨਹੀਂ ਕਿਹਾ
ਵੀ ਰੋਬੋਟਸ ਤੋਂ ਸਾਵਧਾਨ। ਕਿਤੇ ਕਿਹਾ ਉਹਨਾਂ ਨੇ, ਉਹ ਨੋਰਮਲ ਇੱਕ ਭਵਿੱਖ ਦੀ ਗੱਲ ਕਰ ਰਹੇ ਆ ਵੀ ਭਵਿੱਖ 'ਚ ਕਿਵੇਂ ਆਉਣਾ, ਕਦੋਂ ਤੱਕ ਰੋਬੋਟਸ ਹੈ ਨਾ ਸਾਰਾ ਪ੍ਰਿੰਟਿੰਗ ਦਾ ਕੰਮ ਸਾਂਭ ਲੈਣਗੇ। ਬੀ ਅਵੇਅਰ ਵਾਲਾ ਤਾਂ ਉਹਨਾਂ ਨੇ ਆਪਾਂ ਨੂੰ ਕੁਝ ਨਹੀਂ ਕਿਹਾ। ਆਪਾਂ ਆਪਦੀ ਜ਼ੰਪਸ਼ਨ ਕ੍ਰੀਏਟ ਨਹੀਂ ਕਰਨੀ, ਆਪਾਂ ਪੈਰਾਗ੍ਰਾਫ ਹੀ ਦੇਖਣਾ ਅਤੇ ਉਹਦਾ ਉੱਤਰ ਤੀਜਾ ਬਿਲਕੁਲ ਢੁਕਵਾਂਗਾ। ਇਸ ਤਰ੍ਹਾਂ ਆਪਾਂ ਸਾਰੇ ਪੈਰਾਗ੍ਰਾਫਸ ਨੂੰ ਹੈਡਿੰਗਸ ਦੇ ਤੇ, ਜਿਹੜੇ ਹੈਡਿੰਗਸ ਬਚ ਗਏ ਤਾਂ ਬਚ ਗਏ। ਆਪਾਂ ਨੂੰ 6 ਪੈਰਾਗ੍ਰਾਫਸ ਦਿੱਤੇ ਸੀ ਅਤੇ ਆਪਾਂ 6 ਹੀ ਹੈਡਿੰਗ ਉੱਥੇ ਲਿਖਣੇ ਸੀ, ਉਹ ਆਪਾਂ ਲਿਖਤੇ, ਆਪਣਾ ਕੰਮ ਖਤਮ ਹੋ ਗਿਆ। ਉਮੀਦ ਕਰਦੇ ਹਾਂ ਤੁਹਾਨੂੰ ਇਹ ਹੈਡਿੰਗਸ ਵਾਲੇ ਜਿਹੜੇ ਪ੍ਰਸ਼ਨ ਨੇ ਇਹ ਵੀ ਪਤਾ ਲੱਗ ਗਏ ਹੋਣਗੇ ਵੀ ਆਪਾਂ ਕਿਵੇਂ ਜੇ ਕਰਨੇ ਨੇ। ਤੁਹਾਨੂੰ ਇਹਨਾਂ 'ਚ ਵੀ ਜਿਹੜੀ ਸਮੱਸਿਆ ਆਉਂਦੀ ਸੀ ਉਹ ਬਿਲਕੁਲ ਘਟੂਗੀ। ਅਤੇ ਜੇ ਫਿਰ ਵੀ ਕੋਈ ਡਾਊਟ ਜਾਂ ਕਨਫਿਊਜ਼ਨ ਹੈ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ। ਅਗਲੀ ਵੀਡੀਓ ਲੈ ਕੇ ਜਲਦੀ ਫੇਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।